ਵੀਟੀਵੀ ਕੈਨੇਡਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੋਡਕਾਸਟ ਦੇ ਵਿੱਚ ਨਿੱਘਾ ਸਵਾਗਤ ਹੈ। ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਰੀ ਵੂਮਨ ਸੈਂਟਰ ਤੋਂ ਸਪੋਰਟ ਵਰਕਰ ਪ੍ਰੀਤੀ ਤੁਹਾਡਾ ਸਟੂਡੀਓ ਦੇ ਵਿੱਚ ਬਹੁਤ-ਬਹੁਤ ਨਿੱਘਾ ਸਵਾਗਤ ਹੈ। ਥੈਂਕ ਯੂ। ਪ੍ਰੀਤੀ, ਸਭ ਤੋਂ ਪਹਿਲਾਂ ਅੱਜਕੱਲ ਇੱਕ ਇਸ਼ੂ ਹੈ ਡੋਮੈਸਟਿਕ ਵਾਇਲੈਂਸ। ਇਹ ਹੁੰਦਾ ਨਹੀਂ ਹੈ, ਬਹੁਤ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਹੈ। ਡੋਮੈਸਟਿਕ ਵਾਇਲੈਂਸ ਨੂੰ ਅਸੀਂ ਸਿਰਫ ਇੱਕ ਫਿਜ਼ੀਕਲ ਅਬਿਊਜ਼ ਦੇ ਵੱਲੋਂ ਦੇਖਦੇ ਹਾਂ, ਬਟ ਇਸ ਦੇ ਹੋਰ ਵੀ ਕੋਈ ਰੂਪ ਵੇਖਣ ਨੂੰ ਮਿਲਦੇ ਆ? ਬਹੁਤ ਅੱਛਾ ਕੁਐਸਚਨ ਹੈ ਤੁਹਾਡਾ। ਡੋਮੈਸਟਿਕ ਵਰਡ ਹੀ ਹੈਗਾ ਘਰੇਲੂ, ਹੈ ਨਾ, ਘਰੇਲੂ ਹਿੰਸਾ। ਉਹਦੇ ਵਿੱਚ ਘਰਾਂ ਦੇ ਵਿੱਚ ਕਈ ਕਿਸਮ ਦੀਆਂ ਹਿੰਸਾ ਹੁੰਦੀਆਂ ਐਂਡ ਮੈਂ ਔਰਤਾਂ ਦੇ ਰੈਫਰੈਂਸ ਨਾਲ ਹੀ ਕਵਾਂਗੀ ਕਿਉਂਕਿ 86 to 90% ਜਿਹੜੀਆਂ 90% ਜਿਹੜੀਆਂ ਵਿਕਟਮਸ ਹੁੰਦੀਆਂ ਉਹ women ਹੈ, ਔਰਤਾਂ ਹੈ, ਕੁੜੀਆਂ ਹੈ ਐਂਡ a lot of times as young as 12 years old. Oh, wow. So domestic violence ਸਿਰਫ ਇੱਕ ਮੈਰਿਡ ਔਰਤ ਦੇ ਨਾਲ ਕਨੈਕਟਡ ਨਹੀਂ ਹੈ, ਬੱਚਿਆਂ ਦੇ ਉੱਤੇ ਵੀ ਹੁੰਦਾ। Now violence can be anything ਜਿੱਥੇ ਕਿ ਪਾਵਰ ਡਾਇਨਾਮਿਕ ਹੈ। ਕੋਈ ਪਾਵਰਫੁਲ ਇਨਸਾਨ ਜਿਹੜਾ ਘੱਟ ਪਾਵਰਫੁਲ ਹੈ ਉਹਦੇ ਉੱਤੇ ਜ਼ੋਰ ਕਰੇ। ਉਹ ਜ਼ੋਰ ਫਾਈਨੈਂਸ਼ੀਅਲ ਹੋ ਸਕਦਾ ਹੈ, ਜਿੱਦਾਂ ਤੁਸੀਂ ਪੈਸਿਆਂ ਦੇ ਨਾਲ ਅਬਿਊਜ਼ ਕਰ ਸਕਦੇ ਹੋ। ਇਮੋਸ਼ਨਲ ਹੋ ਸਕਦਾ ਹੈ, ਕਿਸੇ ਨੂੰ ਗਾਲਾਂ ਕੱਢੀ ਜਾਣਾ ਸਾਰਾ ਟਾਈਮ, ਕਿਸੇ ਦੇ ਨਾਲ ਗਲਤ ਤਰੀਕੇ ਦਾ ਬਿਹੇਵੀਅਰ ਕਰਨਾ, ਉਹ ਵੀ ਇੱਕ ਅਬਿਊਜ਼ ਹੈ। ਮੈਂਟਲ ਅਬਿਊਜ਼, ਤੂੰ ਪਾਗਲ ਹੈ, ਤੈਨੂੰ ਤਾਂ ਕੁਝ ਆਉਂਦਾ ਨਹੀਂ, ਇਹੋ ਜਿਹੀਆਂ ਚੀਜ਼ਾਂ ਕਹਿਣਾ ਐਂਡ ਰੈਗੂਲਰ ਬੇਸਿਸ ਦੇ ਉੱਤੇ। ਐਂਡ ਅਸੀਂ ਇਹ ਨਹੀਂ ਕਹਿੰਦੇ ਕਿ ਘਰਾਂ 'ਚ ਲੜਾਈ ਹੁੰਦੀ ਹੈ। ਮੈਂ ਗੱਲ ਕਰ ਰਹੀ ਹਾਂ ਵਾਇਲੈਂਸ, ਜਿਹੜਾ ਕਿ ਪਾਵਰ ਇੰਬੈਲੈਂਸ ਦੇ ਨਾਲ ਆਉਂਦਾ। ਸ਼ੁਰੂ ਹਮੇਸ਼ਾ ਇਹੋ ਜਿਹੀਆਂ ਚੀਜ਼ਾਂ ਨਾਲ ਹੁੰਦੀ ਹੈ। ਸ਼ੁਰੂਆਤ ਜਿਹੜੀ ਘਰੇਲੂ ਹਿੰਸਾ ਦੀ ਹੈ ਉਹ ਹਮੇਸ਼ਾ ਫਿਜ਼ੀਕਲ ਨਾਲ ਨਹੀਂ ਹੁੰਦੀ। ਫਿਜ਼ੀਕਲ ਇਜ਼ ਐਸਕੇਲੇਸ਼ਨ ਹੈ, ਪ੍ਰੋਗਰੈਸ਼ਨ ਹੈ। ਸੋ ਯੈਸ, ਬਹੁਤ ਅਲੱਗ-ਅਲੱਗ ਤਰੀਕੇ ਦੇ ਨਾਲ ਘਰੇਲੂ ਹਿੰਸਾ ਹੁੰਦੀ ਹੈ, ਨਾਟ ਜਸਟ ਫਿਜ਼ੀਕਲ। ਜੀ, ਜਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਕੋਈ ਤੁਹਾਡੇ ਤੇ ਹੱਥ ਨਹੀਂ ਚੱਕ ਰਿਹਾ ਬਟ ਤੁਹਾਨੂੰ ਕੰਟਰੋਲ ਕਰ ਰਿਹਾ ਆ, ਜਾਂ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਤੁਹਾਨੂੰ ਅਬਿਊਜ਼ ਕਰ ਰਿਹਾ ਆ, ਉਹ ਇਹਨਾਂ ਕੈਟਾਗਰੀ ਦੇ ਵਿੱਚ ਆ। ਕੋਈ ਵੀ ਤਰੀਕੇ ਨਾਲ ਜਿੱਥੇ ਤੁਸੀਂ ਅਗਲੇ ਇਨਸਾਨ ਨੂੰ ਹਾਰਮ ਕਰ ਰਹੇ ਹੋ, ਉਹਨੂੰ ਨੁਕਸਾਨ ਪਹੁੰਚਾ ਰਹੇ ਹੋ, ਉਹ ਅਬਿਊਜ਼ ਹੈ। ਔਰ ਉਹ ਅਬਿਊਜ਼ ਫਿਜ਼ੀਕਲ ਹੈ, ਉਹਦੇ ਸਕਾਰਸ ਦਿਸਦੇ ਹੈ। ਮੈਂਟਲ ਅਬਿਊਜ਼ ਦੇ ਸਕਾਰਸ ਨਹੀਂ ਦਿਸਦੇ। ਫਾਈਨੈਂਸ਼ੀਅਲ ਅਬਿਊਜ਼, ਤੁਸੀਂ ਕਿੱਦਾਂ ਫਾਈਨੈਂਸ਼ੀਅਲ ਅਬਿਊਜ਼, ਹੁਣ ਸੇ ਫॉर ਐਗਜ਼ਾਮਪਲ ਇੱਕ ਔਰਤ ਤੇ ਆਦਮੀ, ਲਾਈਕ ਹਸਬੈਂਡ ਵਾਈਫ ਹੈ, ਔਰਤ ਕੰਮ ਕਰਦੀ ਹੈ, ਆਪਣੇ ਪੈਸੇ ਲੈ ਕੇ ਆਉਂਦੀ ਹੈ, ਜਿਹੜਾ ਚੈੱਕ ਜੁਆਇੰਟ ਅਕਾਊਂਟ 'ਚ ਜਮਾ ਹੋ ਜਾਂਦਾ, ਪਰ ਉਹਨੂੰ ਯੂਜ਼ ਨਹੀਂ ਕਰੇ, ਉਹ ਪੈਸੇ ਆਪਣੀ ਮਰਜ਼ੀ ਨਾਲ ਯੂਜ਼ ਨਹੀਂ ਕਰ ਸਕਦੀ। that is abuse, right? and that ਉਹ ਜਿਹੜਾ ਅਬਿਊਜ਼ ਹੈ ਉਹ ਦੱਸਦਾ ਨਹੀਂ, ਹੈ ਨਾ। ਜੇ ਉਹ ਕਿਸੇ ਕੁਝ ਖਰੀਦਣ ਜਾਏਗੀ ਔਰ ਉਹ ਖਰੀਦ ਕੇ ਲੈ ਆਈ, ਘਰ ਆ ਕੇ ਉਹ she worked for it, ਉਹਨੇ ਕੰਮ ਕੀਤਾ, ਘਰ ਆ ਕੇ ਉਹਨੂੰ ਉਸ ਚੀਜ਼ ਕਰਕੇ ਜੇ ਵਰਬਲ ਲਾਈਕ ਗਾਣਾ ਪੈਣ, ਜਾਂ ਉਹਨੂੰ ਇਹ ਕਿਹਾ ਜਾਏ ਕਿ ਤੂੰ ਕਿਸ ਤਰ੍ਹਾਂ ਖਰਚ ਕੇ ਆ ਗਈ, ਤੇਰੇ ਖਰਚਣ ਨਾਲ ਏਦਾਂ ਹੋ ਗਿਆ, ਤਾਂ that is direct abuse, right? ਬੇਸਿਕਲੀ ਆਈ ਥਿੰਕ ਸਾਡੀ ਸੋਸਾਇਟੀ ਦੇ ਵਿੱਚ ਜਦੋਂ ਪਰਸਨ ਕੋਈ, ਇਟਸ ਲਾਈਕ ਅ ਫੀਮੇਲ ਔਰ ਮੇਲ, ਦੋਨਾਂ ਦੇ ਵਿੱਚੋਂ ਕੋਈ ਵੀ ਜਦੋਂ ਹੱਥ ਚੱਕਦਾ ਆ, ਉਹਨੂੰ ਹੀ ਅਸੀਂ ਡੋਮੈਸਟਿਕ ਵਾਇਲੈਂਸ ਕੰਸੀਡਰ ਕਰਦੇ ਹਾਂ। ਬਟ ਆਈ ਥਿੰਕ ਸਾਡੀ ਫੈਮਲੀਜ਼ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਅਸੀਂ ਡਿਸਕਸ ਕਰ ਰਹੇ ਹਾਂ, ਇਹ ਕਾਫੀ ਜ਼ਿਆਦਾ ਹੈਗੀਆਂ ਆ, ਰਾਈਟ? ਉਹ ਬਹੁਤ ਜ਼ਿਆਦਾ ਹੈ। ਮੈਂ ਸਰੀ ਵੂਮਨ ਸੈਂਟਰ ਲਈ ਕੰਮ ਕਰਦੀ ਹਾਂ। 44% 44% ਜਿਹੜੇ ਸਾਡੇ ਕਲਾਇੰਟਸ ਹੈ ਉਹ ਸਾਊਥ ਏਸ਼ੀਅਨ ਹੈ। 44% April 2025 to this year till now, ਇਹਦੀ ਮੈਂ ਤੁਹਾਨੂੰ ਸਟੈਟ ਦੱਸ ਰਹੀ ਹਾਂ। 44% ਸਾਊਥ ਏਸ਼ੀਅਨ ਹੈ। ਸੋ ਤੇ ਕਿਸ ਤਰ੍ਹਾਂ ਦੇ ਕੇਸਿਸ ਆ? ਫਿਜ਼ੀਕਲ ਅਬਿਊਜ਼ ਹੀ ਹੈ ਕਿ ਅਗੇਨ ਫਿਜ਼ੀਕਲ ਅਬਿਊਜ਼ ਅਲਟੀਮੇਟ ਐਸਕੇਲੇਸ਼ਨ ਹੈ, ਰਾਈਟ? ਬਟ ਸਾਡੇ ਘਰਾਂ ਵਿੱਚ ਅਸੀਂ ਡਿਨਾਈ ਕਰਦੇ ਹਾਂ, ਪਰ ਪ੍ਰੈਵਲੈਂਟ ਹੈ ਬਹੁਤ ਜ਼ਿਆਦਾ। ਔਰ ਇਹ ਤਾਂ ਰਿਪੋਰਟਡ ਕੇਸਿਸ ਹੈ। there are so many cases that never are reported, ਲੋਕੀ ਰਿਪੋਰਟ ਨਹੀਂ ਕਰਦੇ। and you know, and ਉਹਦੇ ਤੇ ਤਾਂ I think ਇੱਕ ਅਲੱਗ ਹੀ ਪੋਡਕਾਸਟ ਕਰ ਸਕਦੇ ਹਾਂ, the reasons why people will not, ਕਿਉਂ ਨਹੀਂ ਰਿਪੋਰਟ ਨਹੀਂ। ਅਸੀਂ ਇਹਦੇ ਵਿੱਚ ਮੈਂ ਪੁੱਛਣਾ ਚਾਹੂੰਗੀ ਕਿ ਕਿਉਂ ਰਿਪੋਰਟ ਨਹੀਂ ਕਰਦੇ ਹੋ? ਕੋਈ ਰੀਜ਼ਨ ਆ? ਫੈਮਿਲੀ ਪ੍ਰੈਸ਼ਰ ਆ, ਸੋਸਾਇਟੀ ਪ੍ਰੈਸ਼ਰ ਆ, ਕੀ ਰੀਜ਼ਨਸ ਨੇ? ਅਗੇਨ ਮੈਂ ਰੈਫਰੈਂਸ ਕਰਾਂਗੀ women, ਬਿਕਾਜ਼ ਜਿਹੜੀਆਂ ਮੈਜੋਰਿਟੀ ਹੈ, ਹਾਈਐਸਟ ਪਰਸੈਂਟੇਜ ਆਫ ਵਿਕਟਮਸ ਹੈ ਉਹ ਔਰਤਾਂ ਹੈ। ਉਹਨਾਂ ਦਾ ਨਾਂ ਰਿਪੋਰਟ ਕਰਨ ਲਈ ਜੇ ਉਹ ਮੈਰਿਡ ਹੈ ਔਰ ਉਹਨਾਂ ਦੇ ਬੱਚੇ ਹੈ, ਹਨਾ,
ਸਭ ਤੋਂ ਵੱਡਾ ਰੀਜ਼ਨ ਤੇ ਉਹੀ ਬੈਰੀਅਰ ਹੈ ਕਿ ਜੇ ਤੁਸੀਂ ਇਕਨੋਮਿਕਲੀ ਨਹੀਂ ਇੰਡੀਪੈਂਡੈਂਟ ਹੋ, ਤੁਸੀਂ ਆਪਣੇ ਬੱਚਿਆਂ ਦੇ ਬਾਰੇ ਸੋਚਦੇ ਹੋ, ਸੋਸਾਇਟਲ ਪ੍ਰੈਸ਼ਰ ਹੈ ਕਿ ਨਹੀਂ ਘਰ ਜੋੜ ਕੇ ਰੱਖਣਾ ਚਾਹੀਦਾ ਹੈ, ਘਰ ਦੀ ਗੱਲ ਬਾਹਰ ਨਹੀਂ ਕੱਢਣੀ, ਰਾਈਟ? ਅਸੀਂ ਆਪਸ ਚ ਗੱਲ ਕਰ ਲਾਂਗੇ, ਵੱਡਿਆਂ ਨੂੰ ਬਿਠਾ ਲਾਂਗੇ, ਪਰ ਐਕਸਪੈਕਟੇਸ਼ਨ ਕਿਹਦੇ ਕੋਲੋਂ ਹੁੰਦੀ ਹੈ ਬਣਾ ਕੇ ਰੱਖਣ ਦੀ? ਫਰਮ women ਤੋਂ, ਕਿ ਤੂੰ ਚੁੱਪ ਰਿਹਾ ਕਰ, ਤੂੰ ਨਾ ਬੋਲਿਆ ਕਰ, ਰਾਈਟ? ਜੇ ਉਹ ਔਖਾ ਹੁੰਦਾ ਤੂੰ ਚੁੱਪ ਕਰ ਜਾਇਆ ਕਰ। ਜੇ ਤੁਸੀਂ ਘਰ ਚ ਚੁੱਪ ਕਰਾ ਰਹੇ ਹੋ ਤਾਂ ਤੁਸੀਂ ਰਿਪੋਰਟ ਕਰਨ ਦੇ ਲਈ ਇਨਕਰੇਜ ਕਿੱਦਾਂ ਕਰੋਗੇ? ਸੋ that's why ਬੱਚਿਆਂ ਦਾ ਤੇ ਮੈਂ ਇੱਕ ਤੁਹਾਨੂੰ ਦੇ ਰਹੀ ਹਾਂ ਐਗਜ਼ਾਮਪਲ, ਫਾਈਨੈਂਸ਼ੀਅਲ ਇੰਡੀਪੈਂਡੈਂਸ ਨਾ ਹੋਏ, ਉਹ ਦੂਜਾ a lot of times ਜਿਹੜੀਆਂ ਸਾਡੀਆਂ ਸਾਊਥ ਏਸ਼ੀਅਨ women ਹੈ, ਇਮੀਗ੍ਰੈਂਟਸ ਵੀ ਹੈ, ਉਹਨਾਂ ਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਤੈਨੂੰ ਤਾਂ ਮੈਂ ਡਿਪੋਰਟ ਕਰਾ ਦੇਣਾ। that is another barrier, ਤੈਨੂੰ ਡਿਪੋਰਟ ਕਰਾ ਦੇਣਾ ਹੈ। then family pressure ਹੈ, ਨਹੀਂ ਵਿਆਹ ਜਦੋਂ ਤੁਹਾਡਾ ਹੋ ਜਾਂਦਾ ਹੈ, ਬੜੀਆਂ ਚੀਜ਼ਾਂ ਹੁੰਦੀਆਂ, ਤੁਹਾਨੂੰ ਬਰਦਾਸ਼ਤ ਕਰਨਾ ਪੈਂਦਾ ਹੈ। that is another barrier। ਕਈ ਵਾਰੀ ਪੇਰੈਂਟਸ ਬਾਰ-ਬਾਰ ਵਾਪਸ ਭੇਜ ਦਿੰਦੇ ਆ, ਉਹ ਵੀ ਤਾਂ barrier, that is another reason why women are not reporting। besides that ਹਰ ਇੱਕ ਕੇਸ ਯੂਨੀਕ ਹੁੰਦਾ ਹੈ ਨਾ। ਤੇ ਕੈਨੇਡਾ ਦੇ ਵਿੱਚ ਜੇ ਕੋਈ ਰਿਪੋਰਟ ਕਰਨਾ ਚਾਹੁੰਦਾ ਹੈ, ਉਹ ਕੀ ਪ੍ਰੋਸੀਜਰ ਆ ਉਹਦਾ ਫਿਰ? ਜੇ ਤੁਸੀਂ ਰਿਪੋਰਟ ਕਰਨਾ ਚਾਹੁੰਦੇ ਹੋ ਵਾਇਲੈਂਸ, ਯੈਸ, ਜੇ ਤਾਂ ਵਾਇਲੈਂਸ ਜਦੋਂ ਹੋ ਰਿਹਾ, you can call 911। we encourage ਸਾਡੇ ਕਲਾਇੰਟਸ ਨੂੰ ਕਿ ਤੁਸੀਂ, ਤੁਹਾਡਾ ਸਭ ਤੋਂ ਪਹਿਲਾ ਜਿਹੜਾ ਸਪੋਰਟ ਹੈ, ਰਿਸੋਰਸ ਹੈ, call 911। ਐਂਡ ਨਾਟ ਜਸਟ ਕਿ ਜਦੋਂ ਹੋ ਰਿਹਾ, ਜੇ ਤੁਸੀਂ ਉਸ ਟਾਈਮ ਦੇ ਉੱਤੇ ਨਹੀਂ ਕਰ ਸਕੇ, ਜਦੋਂ ਤੁਸੀਂ ਸੇਫ ਫੀਲ ਕਰਦੇ ਹੋ, ਸੇਫਲੀ ਤੁਸੀਂ 911 ਕਾਲ ਕਰੋ। ਸਭ ਤੋਂ ਪਹਿਲੀ ਗੱਲ ਉਹ, ਜਸਟ ਇਨ ਕੇਸ ਤੁਸੀਂ ਨਹੀਂ ਰਿਪੋਰਟ ਕਰਨਾ ਚਾਹੁੰਦੇ। a lot of times ਅਸੀਂ ਦੇਖਦੇ ਹਾਂ ਕਿ the women don't want to report, ਕਿ ਵੀ ਮੈਂ ਨਹੀਂ ਚਾਹੁੰਦੀ ਕਿ ਉਹ ਕਿਸੇ ਪ੍ਰੋਬਲਮ ਵਿੱਚ ਆਏ। ਅੰਡਰਸਟੈਂਡੇਬਲ, ਤੁਸੀਂ ਸਪੋਰਟ ਸੀਕ ਕਰੋ, ਰਾਈਟ? ਐਂਡ ਇਫ ਯੂ ਜਸਟ ਵਾਂਟ ਟੂ ਰਿਪੋਰਟ ਲੇਟਰ ਔਨ, ਤੁਸੀਂ ਬਾਅਦ ਚੋਂ ਵੀ ਕਰ ਸਕਦੇ ਹੋ, ਯਾਨੀ ਕਿ ਉਸੇ ਵੇਲੇ ਜਦੋਂ ਕੋਈ ਇਨਸੀਡੈਂਟ ਹੋਇਆ, ਹਾਦਸਾ ਹੋਇਆ, ਉਸੇ ਵੇਲੇ ਕਰਨਾ ਹੈ। ਬਾਅਦ ਚੋਂ ਵੀ ਤੁਸੀਂ ਰਿਪੋਰਟ ਕਰ ਸਕਦੇ ਹੋ, ਹਿਸਟੋਰੀਕਲ ਅਬਿਊਜ਼ ਵੀ ਤੁਸੀਂ ਰਿਪੋਰਟ ਕਰ ਸਕਦੇ ਹੋ। ਜੇ ਰਿਪੋਰਟਿੰਗ ਦਾ ਆਪਾਂ ਪੁੱਛ ਰਹੇ ਹਾਂ, ਹੈ ਤੇ ਲੀਗਲ ਆਪਸ਼ਨਸ ਕੀ ਹੈ ਆਫਟਰ ਰਿਪੋਰਟਿੰਗ? ਹਾਂ, ਲੀਗਲ ਆਪਸ਼ਨ ਤੇ ਫਿਰ ਜੇ ਕੋਈ ਚਾਰजेस ਲੱਗਣਗੇ, ਫਿਰ ਤਾਂ ਕਰਾਊਨ ਵਿਲ ਚਾਰਜ, ਹੈ ਨਾ। ਜਦੋਂ ਤੁਸੀਂ ਰਿਪੋਰਟ ਕਰਦੇ ਹੋ ਆਪਣਾ, ਕੋਈ ਵੀ ਤੁਹਾਡੇ ਨਾਲ ਕੋਈ ਘਰੇਲੂ ਹਿੰਸਾ ਹੁੰਦੀ ਹੈ, ਤੁਸੀਂ ਜਦੋਂ ਰਿਪੋਰਟ ਕਰਦੇ ਹੋ ਤਾਂ ਉਹ ਦੈਨ ਉਹ ਸਾਰੀ ਇਨਫੋਰਮੇਸ਼ਨ ਜਾਂਦੀ ਹੈ ਕਰਾਊਨ ਕੋਲ। ਪੁਲਿਸ ਵਿਲ ਪ੍ਰੋਵਾਈਡ that information to crown, and crown ਫਿਰ ਡਿਸਾਈਡ ਕਰਦੇ ਆ ਚਾਰजेस। ਸਿਰਫ ਫਿਜ਼ੀਕਲ ਵਾਇਲੈਂਸ ਨਹੀਂ, ਕੋਈ ਹਰਾਸ ਵੀ ਕਰ ਰਿਹਾ ਜੇ ਤੁਹਾਨੂੰ ਧਮਕੀਆਂ ਵੀ ਦੇ ਰਿਹਾ ਜੀ, ਵਾਇਲੈਂਸ ਦੀ ਧਮਕੀ ਦੇ ਰਿਹਾ ਕਿਸੇ ਦੇ ਕੋਲ। ਅਸੀਂ ਇਹ ਵੀ ਦੇਖਿਆ, ਕਾਫੀ ਘਰਾਂ ਦੇ ਵਿੱਚ ਗਨਸ ਵੀ ਹੁੰਦੀਆਂ, ਰਾਈਟ? ਤਾਂ ਗਨ ਵੀ ਪੁਆਇੰਟ ਕਰਕੇ ਕਿਸੇ ਨੇ ਕਿਹਾ, ਜਾਂ ਨਹੀਂ ਵੀ ਹੈ ਗਨ, ਔਰ ਉਹ ਥ੍ਰੈਟਨ ਕਰ ਰਿਹਾ ਕਿ ਮੈਂ ਤੈਨੂੰ ਸ਼ੂਟ ਕਰ ਦੇਣਾ, ਈਵਨ ਦੈਟ, ਜਾਂ ਮੈਂ ਤੈਨੂੰ ਮਾਰ ਦੇਣਾ, ਯੂ ਕੈਨ ਈਵਨ ਰਿਪੋਰਟ ਦੈਟ। ਜ਼ਰੂਰੀ ਨਹੀਂ ਹੈ ਕਿ ਕਿਸੇ ਨੇ ਤੁਹਾਨੂੰ ਹੱਥ ਚੁੱਕਿਆ ਹੀ ਹੈ, ਕਿਸੇ ਦੀ ਲਾਈਫ ਨੂੰ ਥ੍ਰੈਟ ਕਰਨਾ ਵੀ is not legal, right? So ਤੁਸੀਂ ਉਸ ਚੀਜ਼ ਨੂੰ ਵੀ ਰਿਪੋਰਟ ਕਰ ਸਕਦੇ ਹੋ। ਆਫਟਰ ਯੂ ਰਿਪੋਰਟ, ਉਹਦੇ ਬਾਅਦ the crown takes over, and then they will charge accordingly, and then there will be a court case। and a lot of times when you report, ਦੋ ਚੀਜ਼ਾਂ ਹੁੰਦੀਆਂ ਹੈ, ਜਾਂ ਤਾਂ ਜਦੋਂ ਤੁਸੀਂ ਇਨਸੀਡੈਂਟ ਜਦੋਂ ਰਿਪੋਰਟ ਕਰਦੇ ਹੋ, ਜਦੋਂ ਪੁਲਿਸ ਅਟੈਂਡ ਕਰਦੀ ਹੈ, ਪੁਲਿਸ ਵੀ ਕੰਡੀਸ਼ਨਸ ਦੇ ਉੱਤੇ ਜਿਹੜਾ ਉਹਨੂੰ ਰਿਲੀਜ਼ ਕਰ ਸਕਦੀ ਹੈ ਐਟ that time। ਕੋਰਟ ਵਿੱਚ ਨਹੀਂ ਵੀ ਜਦੋਂ ਪੇਸ਼ੀ ਹੁੰਦੀ, there is a thing called undertaking। ਅੰਡਰਟੇਕਿੰਗ ਦੇ ਉੱਤੇ ਪੁਲਿਸ ਵੀ ਉਹ ਕੰਡੀਸ਼ਨਸ ਕਰ ਸਕਦੀ ਹੈ ਕਿ ਇਸ ਡੇਟ ਤੱਕ ਤਾਂ ਤੁਹਾਨੂੰ ਕੋਰਟ ਜਾਣਾ ਪਏਗਾ, ਬਟ ਇਨ ਦ ਮੀਨ ਟਾਈਮ ਤੁਸੀਂ ਉਹਨਾਂ ਤੋਂ ਦੂਰ ਰਹਿਣਾ। ਸੋ ਇੱਕ ਪ੍ਰੋਟੈਕਟਿਵ ਲੇਅਰ ਹੋ ਜਾਂਦੀ ਹੈ ਤੁਹਾਡੇ ਲਈ, ਤੁਹਾਨੂੰ ਟਾਈਮ ਮਿਲ ਜਾਂਦਾ ਥੋੜਾ ਜਿਹਾ ਆਪਣੇ ਆਪ ਨੂੰ ਸੰਭਾਲਣ ਦਾ। ਦੂਸਰਾ ਹੁੰਦਾ ਕਈ ਵਾਰੀ ਜਦੋਂ ਇਨਸੀਡੈਂਟ ਰਾਈਟ ਐਟ ਦ ਮੋਮੈਂਟ ਹੁੰਦਾ, ਇਨਸੀਡੈਂਟ ਸਾਹਮਣੇ ਦਿਸ ਰਿਹਾ ਕਿ ਇਹ ਇਨਸੀਡੈਂਟ ਹੋਇਆ, ਤੇ ਉਸ ਟਾਈਮ ਦੇ ਉੱਤੇ ਪੁਲਿਸ ਅਰੈਸਟ ਕਰਕੇ ਇਮੀਡੀਏਟਲੀ ਵੀ ਪ੍ਰੈਜ਼ੈਂਟ ਕਰ ਸਕਦੀ ਹੈ ਕੋਰਟ ਵਿੱਚ ਜਿਹੜਾ ਅਬਿਊਜ਼ਰ ਹੈ, ਔਰ ਕੋਰਟ ਉਸੇ ਵੇਲੇ ਵੀ ਲਾਈਕ ਕਰਾਊਨ ਕੈਨ ਅਪਰੂਵ ਚਾਰजेस ਰਾਈਟ ਅਵੇ, ਐਂਡ ਉਦੋਂ ਵੀ ਕੰਡੀਸ਼ਨਸ ਦੇ ਨਾਲ ਰਿਲੀਜ਼ ਹੁੰਦਾ। ਸੋ ਦ ਕੰਡੀਸ਼ਨਸ ਆਰ ਅ ਪ੍ਰੋਟੈਕਟਿਵ ਲੇਅਰ, ਔਰ ਉਹ ਕੰਡੀਸ਼ਨਸ ਜਦ ਤੱਕ ਕੋਰਟ ਕੇਸ ਦੀ ਰੈਜ਼ੋਲੂਸ਼ਨ ਨਹੀਂ ਹੋ ਜਾਂਦੀ, ਉਹ ਕੰਡੀਸ਼ਨਸ ਰਹਿੰਦੀਆਂ, and that is a layer of protection।
ਦੂਸਰੇ ਤਰੀਕੇ ਦੇ ਨਾਲ ਤੁਸੀਂ ਮੈਨੂੰ ਪੁੱਛ ਰਹੇ ਸੀ ਕਿ ਜੇ ਨਹੀਂ ਵੀ ਆਪਾਂ ਰਿਪੋਰਟ Yes. ਕਰਨਾ Hmm. ਪਰ ਜੇ ਅਸੀਂ ਆਪਣੇ ਲਈ ਕੋਈ ਪ੍ਰੋਟੈਕਸ਼ਨ ਚਾਹੀਦੀ ਹੈ Yes. ਅਸੀਂ ਫੈਮਿਲੀ ਕੋਰਟ ਦੇ ਥਰੂ ਵੀ ਪ੍ਰੋਟੈਕਸ਼ਨ ਆਰਡਰ ਲੈ ਸਕਦੇ ਹਾਂ Okay. ਤੁਸੀਂ ਪੁਲਿਸ ਨੂੰ ਨਹੀਂ ਰਿਪੋਰਟ ਕੀਤਾ Hmm. ਬਟ ਤੁਸੀਂ ਫੈਮਿਲੀ ਕੋਰਟ ਵਿੱਚ ਗਏ ਐਂਡ ਫੈਮਿਲੀ ਕੋਰਟ ਵਿੱਚ ਜਾਣ ਲਈ there are different ways if you ਜੇ ਤੁਹਾਡੇ ਕੋਲ ਪੈਸੇ ਹੈ you can go hire a lawyer Hmm. ਐਂਡ ਲਾਇਰ ਦੇ ਨਾਲ ਤੁਸੀਂ ਜਾ ਕੇ ਪ੍ਰੋਟੈਕਸ਼ਨ ਆਰਡਰ ਲੈ ਸਕਦੇ ਹੋ ਤੁਸੀਂ ਆਪ ਵੀ ਕੋਰਟ ਵਿੱਚ ਜਾ ਕੇ ਪ੍ਰੋਟੈਕਸ਼ਨ ਆਰਡਰ ਲੈ ਸਕਦੇ ਹੋ ਯੂ ਕੈਨ ਗੋ ਟੂ ਡਿਊਟੀ ਕਾਉਂਸਲ ਸਰੀ ਪ੍ਰੋਵਿੰਸ਼ੀਅਲ ਕੋਰਟ ਵਿੱਚ ਡਿਊਟੀ ਕਾਉਂਸਲ ਹੈ ਦੇ ਵਿਲ ਹੈਲਪ ਯੂ ਫੈਮਿਲੀ ਡਿਊਟੀ ਕਾਉਂਸਲ Hmm. ਉਹ ਹੈਲਪ ਕਰਨਗੇ ਤੁਹਾਨੂੰ ਪ੍ਰੋਟੈਕਸ਼ਨ ਆਰਡਰ ਲੈਣ ਲਈ ਜਾਂ ਫਿਰ ਲੀਗਲ ਏਡ ਦੀ ਹੈਲਪ ਲੈ ਸਕਦੇ ਹੋ ਔਰ ਉਹਦੇ ਲਈ ਤੁਹਾਨੂੰ ਰਿਪੋਰਟ ਕਰਨ ਦੀ ਜ਼ਰੂਰਤ ਨਹੀਂ ਹੈ ਜ਼ਰੂਰੀ ਨਹੀਂ But ਤੁਹਾਨੂੰ protection ਮਿਲ ਜਾਏ. you can go to court for protection order Hmm. depending on ਕੀ situation ਹੈ Hmm. Right? Yeah. ਤੇ fake cases ਵੀ ਆਉਂਦੇ. fake cases Yeah. Interesting question you're asking me when you say ਤੁਸੀਂ ਕਹਿ ਰਹੇ ਹੋ fake cases what do you mean It's like ਕਿ nothing happened but ਉਹਨਾਂ ਦੀ ਆਪਸ ਚ ਹੀ ਨਹੀਂ ਬਣ ਰਹੀ ਹੈ and they just put fake case against each other like that. maybe but that ਉਹ decide ਕਰਨਾ ਕਿ ਉਹ fake ਹੈ ਜਾਂ ਨਹੀਂ ਹੈ Hmm. ਉਹ crown ਦੀ responsibility ਹੈ so ਜਦੋਂ ਸਾਡੇ ਕੋਲ ਕੋਈ and again it was very interesting ਕਿ ਤੁਸੀਂ ਇਹ point pick ਕਰਿਆ ਹੈ ਨਾ Hmm. ਝੂਠ ਬੋਲਣ ਲਈ ਜਾਂ men and women ਮੈਂ ਨਹੀਂ ਕਹਿ ਰਹੀ ਕਿ ਸਿਰਫ ਆਦਮੀ ਝੂਠ ਬੋਲਦੇ ਔਰਤਾਂ ਨਹੀਂ ਬੋਲਦੇ I'm not saying that Hmm. I mean the people are people Yes. but again ਜਦੋਂ ਅਸੀਂ stats ਦੇਖਦੇ ਆ Hmm. 90% women get killed Oh. right ਜਦੋਂ ਆਪਾਂ domestic violence ਦੇ ਕਰਕੇ Hmm. ਜਿਹੜੀਆਂ ਔਰਤਾਂ ਦੀ ਡੈਥ ਹੁੰਦੀ ਹੈ 90 to more than 90% it's women Hmm. so ਜੇ 100 ਵਿੱਚੋਂ ਇੱਕ ਕੇਸ ਆਇਆ ਵੀ ਹੈ I'm not saying ਕਿ Yeah. ਆਣਾ ਚਾਹੀਦਾ ਹੈ Yes. ਪਰ ਇੱਕ ਕੇਸ ਵੀ ਜੇ ਆਇਆ ਹੈ ਬਿਕੋਜ਼ ਉਹ ਆਪਸ ਵਿੱਚ ਲੜ ਰਹੇ ਤਾਂ ਉਹ ਵੀ ਤਾਂ ਫੇਕ ਕਰ ਰਿਹਾ ਨਾ Yeah. ਬੰਦਾ ਵੀ ਤਾਂ the man is also saying Yes. untruths about the woman Hmm. so maybe but ਜਦੋਂ ਸਾਡੇ ਕੋਲ ਆਉਂਦੇ ਆ ਕੋਈ ਵੀ ਫਾਈਲਸ ਆਉਂਦੀਆਂ Hmm. ਸਾਡਾ ਫਰਸਟ ਪੁਆਇੰਟ is to believe the women Okay. if ਜੇ ਉਹ ਕਹਿ ਰਹੀ ਹੈ ਕਿ ਉਹਦੇ ਨਾਲ ਕੋਈ ਹਿੰਸਾ ਹੋਈ ਹੈ ਕਿਉਂਕਿ ਅਸੀਂ ਕੋਈ ਫਾਈਨੈਂਸ਼ੀਅਲ ਸਪੋਰਟ ਤਾਂ ਨਹੀਂ ਦੇ ਰਹੇ ਹਾਂ ਉੱਥੇ Yeah. ਬੈਠ ਕੇ ਹਨਾ Right. ਸਾਡੇ ਕੋਲ ਉਹ ਕੀ like what we are providing is information what Hmm. we are providing is resources Hmm. so a lot of times ਜਦੋਂ ਤੁਸੀਂ ਇਹੋ ਜਿਹੀ ਸਿਚੁਏਸ਼ਨ ਵਿੱਚ ਹੁੰਦੇ ਹੋ a lot of times ਨਹੀਂ 99% of the time Yeah. ਜਦੋਂ ਤੁਸੀਂ ਇਹੋ ਜਿਹੀ ਸਿਚੁਏਸ਼ਨ ਵਿੱਚ ਹੁੰਦੇ ਹੋ ਤੇ you're there because it's really hard Yes. ਜਦੋਂ ਸਾਡੇ ਕੋਲ ਕਈ ਵਾਰੀ and I'm just going to give you an example ਹਾਂਜੀ. because ਤੁਸੀਂ ਇੱਕ ਬੜਾ ਇੰਟਰਸਟਿੰਗ ਕੁਐਸਚਨ ਪੁੱਛਿਆ ਜੀ. ਕਿ ਕੋਈ ਲੋਕੀ ਫੇਕ ਵੀ ਕਰਦੇ ਆ Hmm. ਜਦੋਂ ਸਾਡੇ ਕੋਲ ਕਲਾਇੰਟਸ ਆਉਂਦੇ ਸਾਡੇ ਹਨਾ ਮੈਂ ਪੰਜਾਬੀ ਕਲਾਇੰਟਸ ਦੇ ਨਾਲ ਜ਼ਿਆਦਾ ਕਰਦੀ ਹਾਂ ਬਿਕੋਜ਼ ਮੇਰੀ ਲੈਂਗੁਏਜ ਕਪੈਸਿਟੀ ਹੈ ਤੇ ਉਹ ਗੱਲ ਕਰਦੇ ਕਰਦੇ ਨਹੀਂ ਇਹ ਪਹਿਲਾਂ ਤਾਂ ਕਦੀ ਨਹੀਂ ਹੋਇਆ ਸੀ ਪਹਿਲੀ ਵਾਰੀ ਹੋਇਆ ਸੀ ਸੋ ਆਈ ਆਲਵੇਜ਼ ਲਾਈਕ ਟੂ ਆਸਕ them this question ਕਿ ਜੇ ਕਿਸੇ ਨੇ ਤੁਹਾਨੂੰ ਇੱਕ ਥੱਪੜ ਮਾਰਿਆ Hmm. ਤੁਸੀਂ ਪੁਲਿਸ ਨੂੰ ਕਾਲ ਨਹੀਂ ਕਰੋਗੇ Yes. ਹੱਦ ਹੋਏਗੀ ਜੇ ਤੁਹਾਡਾ ਰਿਲੇਸ਼ਨਸ਼ਿਪ ਇੰਨਾ ਪੁਰਾਣਾ ਹੈ Hmm. ਰਾਈਟ 10 ਸਾਲ ਦੀ ਮੈਰਿਜ ਹੈ 15 ਸਾਲ ਦੀ ਮੈਰਿਜ ਹੈ ਔਰ ਅਸੌਲਟ ਬਹੁਤ ਟੈਰਬਲ ਅਸੌਲਟ ਹੈ ਤੁਸੀਂ ਕਿੰਨੇ ਪਹਿਲਾਂ ਕਿੰਨੇ ਅਸੌਲਟ ਸਹੇ ਹੈ ਫਿਰ ਕੀ? ਔਰ ਤੁਹਾਡੀ ਹੱਦ ਹੋਈ ਹੈ ਤਾਂ ਤੁਸੀਂ ਫੇਰ ਕਾਲ ਕੀਤਾ ਹੈ ਸੋ ਜਦੋਂ ਕੋਈ ਕਹਿੰਦਾ ਹੈ ਕਿ ਨਹੀਂ ਅੱਜ ਤੋਂ ਪਹਿਲਾਂ ਨਹੀਂ ਹੋਇਆ ਆਈ ਲਾਈਕ ਟੂ ਆਸਕ them and again You're gonna believe. I'm believing them because that's ਉਹਨਾਂ ਦੀ ਲਾਈਫ ਹੈ Yes. they have the right Hmm. to live their life the way they do but I just ask them this question Yes. ਕਿ ਜਦੋਂ ਉਹਨੇ ਪਹਿਲੀ ਵਾਰੀ ਗੱਲ ਕਰਦੀ ਸੀਗੀ Hmm. ਤੁਸੀਂ probably you fought back ਤੁਸੀਂ ਕਿਹਾ ਨਹੀਂ ਤੂੰ ਏਦਾਂ ਨਹੀਂ ਬੋਲ ਸਕਦਾ ਫਿਰ ਉਹਨੇ ਤੁਹਾਨੂੰ ਦਿਖਾਇਆ ਕਿ ਕਿੱਦਾਂ ਤੈਨੂੰ ਮੈਂ ਚੁੱਪ ਕਰਾ ਸਕਦਾ then third fourth time ਤੁਸੀਂ ਚੁੱਪ ਹੋ ਗਏ the same way ਤੁਸੀਂ ਕਿੰਨੀ ਵਾਰੀ ਪਹਿਲਾਂ physical assault ਸਹਿਆ ਹੋਏਗਾ and then finally you call the police Hmm. right Yeah. so Yes. Yes. does that answer your question Yes. Yes. ਹੁਣ ਇਹ ਸਵਾਲ ਆ ਆਪਾਂ always females ਦੀ ਗੱਲ ਕਰਦੇ ਆ right ਕਿ females survive ਕਰਦੀਆਂ suffer ਕਰਦੀਆਂ males ਬਾਰੇ ਕੀ ਕਹਿਣਾ ਚਾਹੁੰਦੇ ਹੋ males ਦੇ ਵੀ cases ਆਉਂਦੇ ਆ there are some cases yes we do have but very
very few. Very few. Very few. Again, I'm not going to give a clean chutney de rahi मैं women Yeah. ਨੂੰ, but मैं फिर reiterate करांगी कि out of 100, 90%. 90+% is women, Hmm. and there are a few. We also support LGBTQ. Okay. Yeah. So and them. Yes, we do support victims of violence, gender-based violence, men as well. But the number of men is minuscule. ਜਦੋਂ ਆਪਾਂ compare ਕਰਦੇ ਹਾਂ, it's very little. ਜੀ Yeah. ਹੁਣ ਤੁਹਾਨੂੰ ਇਸ ਫੀਲਡ ਦੇ ਵਿੱਚ ਕੰਮ ਕਰਦੇ ਹੋਏ ਕਾਫੀ ਸਾਲ ਹੋ ਗਏ ਹੈ Yeah. ਕੀ ਲੱਗਦਾ ਹੈ ਕਿ ਕੋਈ ਪਰਸਨ ਅਗਰ ਇਸ ਸਿਚੁਏਸ਼ਨ ਚੋਂ ਗੁਜ਼ਰ ਰਿਹਾ ਹੈ ਵਾਰਨਿੰਗ ਸਾਈਨਸ ਕੀ ਹੁੰਦੇ ਆ Warning signs. ਜਦੋਂ ਤੁਸੀਂ ਸੇਫ ਫੀਲ ਕਰਨਾ ਬੰਦ ਕਰ ਦੋ, ਤੁਹਾਨੂੰ ਸੇਫ ਲੱਗਣਾ ਆਪਣੇ ਬੰਦ ਕਰ ਘਰ ਚ ਸੇਫ ਸਭ ਤੋਂ ਪਹਿਲਾ ਵਾਰਨਿੰਗ ਸਾਈਨ ਹੈ ਜਦੋਂ ਤੁਹਾਡੀ ਆਵਾਜ਼ ਘਟਣੀ ਸ਼ੁਰੂ ਹੋ ਜਾਏ, ਰਾਈਟ? ਕਿਉਂਕਿ ਸ਼ੁਰੂਆਤ ਯੂਜੂਅਲੀ ਵਰਬਲ ਅਬਿਊਜ਼ ਨਾਲ ਹੁੰਦੀ ਹੈ। ਜਦੋਂ ਤੁਸੀਂ ਆਪਣੇ ਆਪ ਨੂੰ ਡਿਮਿਨਿਸ਼ ਹੋਣਾ ਸ਼ੁਰੂ ਕਰਦੇ ਹੋ, ਛੋਟਾ ਮਹਿਸੂਸ ਕਰਨਾ ਸ਼ੁਰੂ ਕਰ ਦੋ, ਟਿਪਟੋ ਕਰਕੇ ਚੱਲਣਾ ਸ਼ੁਰੂ ਕਰ ਦੋ, ਯੂ نو ਲਾਈਕ ਯੂ ਆਰ ਵਾਕਿੰਗ ਔਨ eggshells. That is one of the biggest signs of not being safe. Right? You start off with that कि मैं safe नहीं feel कर रही. as a बड़ा warning sign. Isolation. ਤੁਹਾਡੀ ਫੈਮਿਲੀ ਤੋਂ ਗੱਲ ਨਹੀਂ ਕਰ ਸਕਦੀ, ਆਪਣੇ ਘਰ ਜੇ ਫੋਨ ਤੇ ਗੱਲ ਕਰਨੀ ਮੇਰੇ ਸਾਹਮਣੇ ਕਰੋ, ਕੀ ਗੱਲ ਕਰ ਰਹੇ ਹੋ, ਘਰ ਦੀ ਗੱਲ ਘਰ ਵਿੱਚ ਰੱਖਣੀ ਹੈ, ਬਾਹਰ ਨਹੀਂ ਕੱਢਣੀ. a lot of times ਜਿਹੜੀਆਂ ਸਾਡੀਆਂ ਕਲਾਇੰਟਸ ਹੁੰਦੀਆਂ ਉਹਨਾਂ ਨੂੰ ਪੁੱਛੋ ਤੁਸੀਂ ਆਪਣੀ ਲਾਈਫ ਵਿੱਚ ਹੁਣ ਯੂ ਨੀਡ ਟੂ ਮੂਵ ਫਾਰਵਰਡ, ਫਰੈਂਡਸ ਮੇਰੀਆਂ ਕੋਈ ਫਰੈਂਡਸ ਹੀ ਹੈ ਨਹੀਂ, ਸੋ ਆਈਸੋਲੇਟ ਕਰਿਆ, ਮੈਨੀਪੂਲੇਟ ਕਰਕੇ, ਫਾਈਨੈਂਸ਼ੀਅਲ ਮੈਨੀਪੂਲੇਸ਼ਨ, ਇਹੋ ਜਿਹੀਆਂ ਗੱਲਾਂ ਸ਼ੁਰੂ ਹੋ ਜਾਣ ਤੇ ਯੂ ਨੋ ਰੈਡ ਫਲੈਗਸ ਹੈ, ਮੇਜਰ ਰੈਡ ਫਲੈਗਸ ਹੈ, ਕਿਉਂਕਿ ਇਹ ਬੇਸ਼ੱਕ ਹੱਥ ਨਹੀਂ ਚੁੱਕਿਆ ਕਿਸੇ ਨੇ। ਸੋ ਮੈਨੂੰ ਲੱਗਦਾ ਹੈ ਕਿ ਜਦੋਂ ਇਹ ਚੀਜ਼ ਹੋ ਰਹੀ ਹੈ ਉਸ ਪਰਸਨ ਨੂੰ ਉਹਦੇ ਐਕਸ਼ਨ ਨਹੀਂ ਲੈ ਲੈਣਾ ਚਾਹੀਦਾ ਕਿ ਪੂਰੀ ਐਕਸਟ੍ਰੀਮ ਲੈਵਲ ਤੱਕ ਪਹੁੰਚਣ ਤੱਕ ਲੈ ਲੈਣਾ ਚਾਹੀਦਾ, ਯੈਸ, ਬਟ ਆਪਾਂ ਅਗੇਨ ਕਿਉਂ, ਰਾਈਟ? ਦੇਰ ਆਰ ਸੋ ਮੈਨੀ ਬੈਰੀਅਰਸ ਇਨ ਜਿਹੜੀਆਂ ਔਰਤਾਂ ਹੈ ਉਹਨਾਂ ਦੇ ਰਸਤੇ ਵਿੱਚ ਕਿੰਨੇ ਸਾਰੇ ਰੋੜੇ ਹੈ ਬਿਕੋਜ਼ ਆਫ ਵਿਚ ਉਹ ਨਹੀਂ ਲੈ ਸਕਦੀਆਂ, ਜਾਂਦੀਆਂ ਆਪਣੇ ਪੇਰੈਂਟਸ ਨਾਲ ਗੱਲ ਕਰਨ, ਨਹੀਂ ਤੈਨੂੰ ਬਣਾ ਕੇ ਰੱਖਣੀ ਹੈ, ਰਾਈਟ? ਉੱਥੇ ਤੁਸੀਂ ਉਹ ਜਾਂਦੇ ਹੋ। I have had clients ਜਿਨ੍ਹਾਂ ਦੇ husbands ਬੈਂਕ ਲਿਜਾ ਕੇ, ਬੈਂਕ ਵਿੱਚੋਂ ਜੇ ਜੁਆਇੰਟ ਅਕਾਊਂਟਸ ਨਹੀਂ ਹੈਗੇ ਉਹਨਾਂ ਦੇ, ਪਹਿਲਾਂ ਦੇ ਮੋਸਟਲੀ ਜੁਆਇੰਟ ਅਕਾਊਂਟਸ ਹੁੰਦੇ ਆ, ਸਾਰੇ ਪੈਸੇ ਉੱਥੇ ਜਾ ਰਹੇ, ਬੈਂਕ ਜਾ ਕੇ ਉੱਥੋਂ ਪੈਸੇ ਕਢਵਾ ਕੇ ਕੈਸ਼, so that they will have the cash. ਉਹ ਫਾਈਨੈਂਸ਼ੀਅਲ ਡਿਪੈਂਡੈਂਸ ਹੈ। ਸੋ ਹੋ ਸਕਦਾ ਤੁਸੀਂ ਫੀਲ ਕਰ ਰਹੇ ਹੋ, ਹਰ ਇੱਕ ਨੂੰ ਪਤਾ ਚੱਲਣਾ ਸ਼ੁਰੂ ਹੋ ਜਾਂਦਾ ਜਦੋਂ ਉਹਨਾਂ ਦੀ ਲਾਈਫ ਵਿੱਚ ਕੁਝ ਇਹੋ ਜਿਹੀ ਚੇਂਜ ਆਉਂਦੀ ਹੈ, ਰਾਈਟ? ਕਿ ਇਹ ਮੇਰੇ ਲਈ ਠੀਕ ਨਹੀਂ ਹੈ, ਆਈ ਐਮ ਬੀਇੰਗ ਡਿਸਰਿਸਪੈਕਟਡ, ਬਟ ਉਸ ਚੀਜ਼ ਨੂੰ ਬੱਚੇ ਹੈ, again another barrier. Of course they want to, but are they able to? ਮੈਨੂੰ ਇੱਕ ਚੀਜ਼ ਇਹ ਵੀ ਲੱਗਦੀ ਹੈ ਸਮਟਾਈਮਸ ਅਸੀਂ ਘਰ ਦੇ ਵਿੱਚ ਮਾਹੌਲ ਨਹੀਂ ਵਧੀਆ, ਵਾਇਲੈਂਸ ਹੈ, ਕਿਸੇ ਵੀ ਤਰੀਕੇ ਦੀ ਵਾਇਲੈਂਸ ਹੈ, ਅਸੀਂ ਬੱਚਿਆਂ ਕਰਕੇ ਉਹ ਚੀਜ਼ ਜਿਹੜੀ ਲੇਡੀਜ਼ ਜਾਂ ਜਿਹੜੀ ਜੈਂਟਸ ਨੇ ਉਹ ਨਹੀਂ ਕਰਦੇ, ਰਾਈਟ? ਰਿਪੋਰਟ ਨਹੀਂ ਕਰਦੇ ਜਾਂ ਕਿਸੇ ਨਾਲ ਗੱਲ ਨਹੀਂ ਕਰਦੇ, ਪਰ ਉਹ ਜਿਹੜੀ ਚੀਜ਼ ਘਰ ਦਾ ਮਾਹੌਲ ਹੈ ਉਹ ਬੱਚਿਆਂ ਨੂੰ ਹੋਰ ਜ਼ਿਆਦਾ ਨਹੀਂ ਡਿਸਟਰਬ ਕਰ ਰਿਹਾ? Absolutely, 100%. ਉਹ ਬੱਚਿਆਂ ਲਈ ਕਿੰਨਾ ਟੌਕਸਿਕ ਹੈ। ਸੋ ਮੈਂ ਤੁਹਾਡੇ ਤੋਂ ਪੁੱਛਦੀ ਹਾਂ ਕੁਐਸਚਨ, ਜੇ ਆਪਾਂ ਕਿਸੇ এনवायरमेंट ਵਿੱਚ ਹੈਗੇ ਜਿੱਥੇ ਟੌਕਸਿਸਿਟੀ ਹੈ, ਅਸੀਂ ਕੀ ਸਿੱਖ ਰਹੇ ਹਾਂ ਉੱਥੋਂ? ਆਪਣਾ ਤਾਂ ਔਰਾ ਹੀ ਨੈਗੇਟਿਵ ਹੋ ਜਾਣਾ। ਇੱਕ ਅਸੀਂ ਫੀਅਰ ਸਿੱਖ ਰਹੇ ਹਾਂ, ਬੱਚੇ, ਰਾਈਟ? ਬੱਚੇ will grow up in fear. ਜਾਂ ਅਸੀਂ ਫੀਅਰ ਸਿੱਖ ਰਹੇ ਹਾਂ ਜਾਂ monkey see monkey do, ਰਾਈਟ? ਉਹ ਉਹੀ ਬਿਹੇਵੀਅਰ ਰਿਪੀਟ ਵੀ ਕਰ ਸਕਦੇ ਹੈ, ਜਾਂ ਉਹ ਇਹ ਸਿੱਖ ਰਹੇ ਕਿ ਨੋਰਮਲਾਈਜ਼ ਹੈ ਕਿ ਰਿਲੇਸ਼ਨਸ਼ਿਪਸ ਤਾਂ ਹੁੰਦੇ ਹੀ ਹੈ, ਆਪਾਂ ਆਪਣੇ ਰਿਲੇਸ਼ਨਸ਼ਿਪ ਜਾਵਾਂਗੇ ਇਹੀ ਰਿਪੀਟ ਕਰਾਂਗੇ। ਅਸੀਂ ਆਪਣੇ ਫਰੈਂਡਸ ਦੇ ਬੇਸ਼ੱਕ ਮੈਰਿਟਲ ਰਿਲੇਸ਼ਨਸ਼ਿਪ, ਰੋਮਾਂਟਿਕ ਰਿਲੇਸ਼ਨਸ਼ਿਪਸ ਨਾਲ ਤੇ ਇਵਨ ਵਿਦ ਆਰ ਫਰੈਂਡਸ ਕਿ ਇੱਕ ਦੂਜੇ ਦੇ ਨਾਲ conflict is fine because ਅਸੀਂ ਘਰ ਵਿੱਚ ਉਹੀ ਦੇਖਿਆ, ਜਾਂ ਅਸੀਂ ਇਹ ਸਿੱਖ ਰਹੇ ਹਾਂ ਕਿ it's okay for the other person to disrespect us. ਆ ਤਾਂ normal ਹੈ ਘਰਾਂ ਦੇ ਵਿੱਚ, ਤਾਂ ਹੀ ਮੈਂ ਸੁਣਿਆ ਕਲਾਇੰਟਸ ਨੂੰ ਕਹਿੰਦੇ ਇੱਕ ਤਾਂ ਥੱਪੜ ਜੀ ਤੇ ਕੋਈ ਗੱਲ ਨਹੀਂ, ਉਹ ਤਾਂ ਮਾਰ ਹੀ ਦਿੰਦੇ, ਐਂਡ ਇਟਸ ਸ਼ੌਕਿੰਗ ਫॉर ਮੀ ਕਿ ਕਿੱਦਾਂ ਹੈ normal? ਉਹ ਤੁਹਾਡੇ ਪਾਰਟਨਰ ਹੈ,
ਯੈਸ ਉਹ ਤੁਹਾਡੇ ਤੇ ਹੱਥ ਕਿਸ ਤਰ੍ਹਾਂ ਚੁੱਕ ਸਕਦੇ, ਪਰ ਨਾਰਮਲਾਈਜ਼ ਕੀਤਾ ਹੋਇਆ ਹੈ, ਅਸੀਂ ਘਰਾਂ ਵਿੱਚ ਦੇਖਿਆ ਹੈ। ਸੋ ਬੱਚਿਆਂ ਦੇ ਉੱਤੇ ਇੰਪੈਕਟ ਹੁੰਦਾ ਹੈ। ਅ ਲੋਟ ਆਫ ਟਾਈਮਸ ਆਈ ਡੋਨਟ ਨੋ ਤੁਸੀਂ ਏਸਿਸ ਸਟੱਡੀ ਬਾਰੇ ਜੇ ਸੁਣਿਆ ਹੋਣਾ। ਨਹੀਂ ਤੁਸੀਂ ਦੱਸੋ ਥੋੜਾ Right. It is a study that was conducted on children, ਜਿਹੜੇ ਬੱਚੇ ਹੈ, ਛੋਟੇ ਬੱਚੇ ਹੈ, very young, I think even infants ਦੇ ਉੱਤੇ ਵੀ ਹੋਈ ਹੈ study as they have grown। ਜਿਹੜੇ ਬੱਚੇ domestic violence ਦੀ situation ਵਿੱਚ grow up ਕਰਦੇ ਹੈ, ਜੀ ਉਹਨਾਂ ਦੇ chances of anxiety ਬਹੁਤ ਜ਼ਿਆਦਾ high ਹੁੰਦੇ to grow up with anxiety, right? And it doesn't have to be physical violence, ਕਿ ਇਹ ਨਹੀਂ ਕਿ ਸਿਰਫ ਉਹਨਾਂ ਦੇ ਘਰ ਵਿੱਚ physical violence ਹੈ, conflict ਵੀ ਜੇ ਉਹਨਾਂ ਨੇ ਦੇਖਿਆ ਉਹਨਾਂ ਦੇ as they grow up ਉਹਨਾਂ ਦੇ substance abuse ਕਰਨ ਦੇ ਜਿਹੜੇ chances ਬਹੁਤ high ਹੈ, sexually abuse ਹੋਣ ਦੇ chances ਉਹਨਾਂ ਦੇ ਬਹੁਤ high ਹੈ। ਪੜ੍ਹਾਈ, and I'm not saying ਸਾਰੇ, I'm just saying the chances of kids are growing up in an environment ਜਿਹੜੀ toxic ਹੈ ਉਹਨਾਂ ਲਈ, ਉਹਨਾਂ ਦੇ chances of having to deal with all of these things ਬਹੁਤ ਵੱਧ ਜਾਂਦੇ, whereby they grow up with anxiety, education ਵਿੱਚ ਜ਼ਿਆਦਾ ਨਹੀਂ ਕਰ ਸਕਦੇ because they are still trauma ਹੈ ਨਹੀਂ, they're suffering from what they've seen in their families. They can also grow up to repeat those behaviors and become abusers or abused. So I think ਉਹ ਆਪਣੇ ਆਪ ਨੂੰ ਵਲਨਰੇਬਲ ਸਮਝਣ ਲੱਗ ਜਾਂਦੇ, ਫਿਰ ਉਹਨਾਂ ਨੂੰ ਜਿਹੜੀ ਬੁਰੀ ਪਾਰਟੀਆਂ ਹੁੰਦੀਆਂ ਆਪਾਂ ਭੈੜੀ ਸੰਗਤ ਕਹਿ ਦਿੰਦੇ ਆ, ਰਾਈਟ, ਉਹ ਸੋਸਾਇਟੀ ਜ਼ਿਆਦਾ ਅਟਰੈਕਟ ਕਰਨ ਲੱਗ ਜਾਂਦੇ ਹੋ ਸਕਦਾ ਹੈ because coping mechanism, ਹਰ ਇੱਕ ਇਨਸਾਨ ਦਾ ਇੱਕ coping mechanism ਹੈ ਨਾ, ਸੋ ਉਹ ਜੇ ਬੱਚੇ ਉਸ ਪਾਸੇ ਜਾ ਰਹੇ ਆ ਬਿਕੋਜ਼ ਉਸ ਚੀਜ਼ ਨਾਲ, ਉਸ ਟਰਾਮਾ ਨਾਲ ਕਿੱਦਾਂ ਕੋਪ, ਜੇ ਉਹਨਾਂ ਨੂੰ ਲੱਗਦਾ ਦਿਸ ਇਜ਼ ਦ ਵੇ ਮੈਂ ਬੈਟਰ ਫੀਲ ਕਰਾਂਗੀ ਜਾਂ ਕਰਾਂਗਾ, ਤੇ ਚਾਂਸਸ ਵੱਧ ਜਾਂਦੇ ਆ ਐਜ਼ ਅਪੋਜ਼ ਟੂ ਜੇ ਬੱਚੇ ਹੈਲਥੀ ਐਨਵਾਇਰਨਮੈਂਟਸ ਵਿੱਚ ਗਰੋ ਕਰਦੇ, ਹੈਲਥੀ ਐਨਵਾਇਰਨਮੈਂਟ ਵਿੱਚ ਕੋਪਿੰਗ ਮੈਕੈਨਿਜ਼ਮ ਅਲੱਗ ਹੁੰਦਾ, ਕੌਨਫਲਿਕਟ ਨਹੀਂ ਹੈ ਸਾਰਾ ਟਾਈਮ, ਲੜਾਈ ਝਗੜਾ ਗਾਲਾਂ ਸੁਣਨੀਆਂ ਨਹੀਂ ਹੈ ਨਾ, ਚੁੱਕ ਤੂੰ ਨਮਕ ਨਹੀਂ ਪਾਇਆ ਮੰਗਾ ਕੇ ਪਲੇਟ ਮਾਰੀ, ਹੈਪੀ ਐਨਵਾਇਰਨਮੈਂਟ, ਹਾਂ ਇਟਸ ਅ ਹੈਪੀ ਐਨਵਾਇਰਨਮੈਂਟ। ਰਿਲੇਸ਼ਨਸ਼ਿਪ ਉਹਨਾਂ ਨੇ ਹੈਲਥੀ ਦੇਖਿਆ, ਜੇ ਉਹਨਾਂ ਨਾਲ ਕੋਈ ਅਨਹੈਲਥੀ ਰਿਲੇਸ਼ਨਸ਼ਿਪ ਨਾਲ ਅਨਹੈਲਥੀ ਤਰੀਕੇ ਨਾਲ ਬਿਹੇਵ ਕਰੇਗਾ, ਉਹ ਰੈਕਗਨਾਈਜ਼ ਕਰਦੇ ਕਿ ਦਿਸ ਇਜ਼ ਨਾਟ ਹਾਊ, ਨੋ ਯੂ ਕੈਨਟ ਟਾਕ ਟੂ ਮੀ ਲਾਈਕ ਦੈਟ, ਤੁਸੀਂ ਮੇਰੇ ਨਾਲ ਏਦਾਂ ਨਹੀਂ ਬਿਹੇਵ ਕਰ ਸਕਦੇ, ਉਹਨਾਂ ਦੇ ਚਾਂਸਸ ਉਸ ਪਾਸੇ ਜਾਣ ਦੀ ਘੱਟ ਹੈ ਐਜ਼ ਅਪੋਜ਼ ਟੂ ਦੋਜ਼ ਕਿਡਸ ਜਿਹੜੇ ਕਿ ਵੀ ਜ਼ਿਆਦਾ ਨਾਰਮਲ ਹੈ, ਦਿਸ ਇਜ਼ ਨਾਟ ਨਾਰਮਲ ਬਿਹੇਵੀਅਰ। ਬਿਲਕੁਲ। ਤੇ ਪ੍ਰੀਤੀ ਇੱਕ ਚੀਜ਼ ਹੋਰ ਪੁੱਛਣਾ ਚਾਹਾਂਗੀ ਕਿ ਫੋਰ ਐਗਜ਼ਾਮਪਲ ਕੋਈ ਫੀਮੇਲਸ ਇਸ ਚੀਜ਼ ਤੋਂ ਗੁਜ਼ਰੀ ਹੈ, ਜਾਂ ਸਾਡੇ ਦੇਖਣ ਵਾਲੇ ਵਿਊਅਰਸ ਚੋਂ ਕੋਈ ਇਸ ਚੀਜ਼ ਤੋਂ ਗੁਜ਼ਰੀ ਲੇਕਿਨ ਬਾਹਰ ਨਹੀਂ ਨਿਕਲਿਆ ਜਾ ਰਿਹਾ ਉਹਨਾਂ ਤੋਂ, ਉਹਨਾਂ ਨੂੰ ਕੀ ਕਹਿਣਾ ਚਾਹ ਰਹੇ ਹੋ? ਸਭ ਤੋਂ ਪਹਿਲਾਂ ਤੇ ਮੈਂ ਉਹਨਾਂ ਨੂੰ ਕਹਿਣਾ ਚਾਹਾਂਗੀ ਕਿ ਬੀਇੰਗ ਸੇਫ ਸੁਰੱਖਿਅਤ ਰਹਿਣਾ ਤੇ ਰਿਸਪੈਕਟ ਤੁਹਾਡਾ ਹੱਕ ਹੈ, to be respected and to be safe is your right, ਸਭ ਤੋਂ ਪਹਿਲਾਂ ਤੇ ਹੈ, right? I also want to reiterate ਕਿ ਉਹਨਾਂ ਦੀ ਸੇਫਟੀ, ਜਿਹੜੀ ਫਿਜ਼ੀਕਲ ਸੇਫਟੀ ਹੈ ਉਹ ਵੀ ਬਹੁਤ ਇੰਪੋਰਟੈਂਟ ਹੈ। ਸਰੀ ਵੂਮਨ ਸੈਂਟਰ ਤੋਂ ਮੈਂ ਹਾਂ, ਸਾਡੀ ਆਰਗੇਨਾਈਜੇਸ਼ਨ BC ਦੀ ਸਭ ਤੋਂ ਵੱਡੀ ਜੈਂਡਰ ਬੇਸਡ ਵਾਇਲੈਂਸ ਏਜੰਸੀ, ਲਾਈਕ ਟੂ ਸਪੋਰਟ ਵੂਮਨ ਏਜੰਸੀ ਹੈ। ਕੰਟੈਕਟ ਜੇ ਤੁਸੀਂ ਸਰੀ ਹੋ, you can reach out to us। ਆਪਣੇ ਏਰੀਆ ਦੇ ਵਿੱਚ ਹੋਰ ਵੀ ਏਜੰਸੀਜ਼ ਹੈਗੀਆਂ ਜਿਹੜੀਆਂ ਜੈਂਡਰ ਬੇਸਡ ਵਾਇਲੈਂਸ ਦੇ ਨਾਲ ਕਰਦੀਆਂ, ਸੀਕ ਸਪੋਰਟ, ਜਿਸ ਤਰੀਕੇ ਦੇ ਨਾਲ ਵੀ ਤੁਸੀਂ ਕਰ ਸਕਦੇ ਹੋ, ਸੀਕ ਸਪੋਰਟ ਵਿਦਆਊਟ ਸੇਇੰਗ ਟੂ ਮਚ। ਹੋਰ ਵੀ ਏਜੰਸੀਜ਼ ਹੈ, ਗਵਰਨਮੈਂਟ ਏਜੰਸੀਜ਼ ਜਿਹੜੀਆਂ ਕਿ ਅਵੇਲੇਬਲ ਹੈ ਤੁਹਾਡੇ ਲਈ, ਸਿਰਫ ਪੁਲਿਸ ਨਹੀਂ, hospitals, ਕਿਸੇ ਨਾਲ ਗੱਲ ਕਰੋ, ਹੈ ਨਾ, ਟੀਚਰਸ, ਕਿਸੇ ਦੇ ਨਾਲ ਗੱਲ ਕਰ ਸਕਦੇ ਹੋ ਤੁਸੀਂ, ਸਿਰਫ ਬੇਸ਼ੱਕ ਆਮ ਨਾਟ ਸੇਇੰਗ ਕਿ ਤੁਸੀਂ ਸਿਰਫ ਰਿਪੋਰਟ ਹੀ ਕਰਨੀ ਹੈ, ਮੇਰਾ ਉਹਨਾਂ ਦੀ ਜਿਹੜੀ ਫਿਜ਼ੀਕਲ ਸੇਫਟੀ ਹੈ ਉਹ ਉਹਨਾਂ ਲਈ ਬਹੁਤ, ਮੇਰੇ ਲਈ ਉਹਨਾਂ ਲਈ ਬਹੁਤ ਇੰਪੋਰਟੈਂਟ ਹੈ ਨਾ, ਐਂਡ ਉਹ ਆਪਣੇ ਆਪ ਨੂੰ ਉਸ ਪੁਆਇੰਟ ਤੱਕ ਉਹਨਾਂ ਨੇ ਸੇਫ ਰੱਖਿਆ, ਦੈਟਸ ਬਿਕੋਜ਼ ਦੇ ਆਰ ਵੈਰੀ ਸਮਾਰਟ ਵੂਮਨ। ਜੇ ਤੁਸੀਂ ਇਹ ਦੇਖੋ ਕਿ ਜੇ এনवायरमेंट ਕਿਸੇ ਦਾ ਇੰਨਾ ਮਾੜਾ ਹੈ ਜਿੱਥੇ ਕਿ ਉਹਨਾਂ ਦੀ ਜਾਨ ਨੂੰ ਵੀ ਖਤਰਾ ਹੈ, ਪਰ ਉਹਨਾਂ ਨੇ ਆਪਣੇ ਆਪ ਨੂੰ ਤੇ ਆਪਣੇ ਬੱਚਿਆਂ ਨੂੰ ਸੇਫ ਰੱਖਿਆ, ਕਿੰਨੀ ਸਮਾਰਟਨੈਸ ਚਾਹੀਦੀ ਹੈ within that environment, ਹੈ ਨਾ। So I know they can take care of themselves, but ਕਿਸੇ ਪੁਆਇੰਟ ਦੇ ਉੱਤੇ ਚੁੱਪ ਨਾ ਰਹੋ,
ਜਾ ਕੇ ਉਹਨਾਂ ਦੀ ਸਪੋਰਟ ਸੀਕ ਕਰੋ ਜਿਹੜੇ ਤੁਹਾਡੇ ਲਈ ਅਵੇਲੇਬਲ ਹੈ ਐਂਡ women who seek support ਉਹਨਾਂ ਦੇ chances of lethality fatality ਬਹੁਤ ਜ਼ਿਆਦਾ ਘੱਟ ਜਾਂਦੇ ਹੈ ਉਹਨਾਂ ਦੀ ਜਾਨ ਨੂੰ ਖਤਰਾ ਬਹੁਤ ਜ਼ਿਆਦਾ ਘੱਟ ਜਾਂਦਾ ਹੈ ਜਿਹੜੀਆਂ ਸੀਕ ਕਰਦੀਆਂ ਸਪੋਰਟ ਤੇ ਜਦੋਂ ਡੋਮੈਸਟਿਕ ਵਾਇਲੈਂਸ ਹੁੰਦੀ ਆ ਆਪਾਂ ਨੂੰ ਪਤਾ ਬੱਚਿਆਂ ਤੇ ਮੈਂਟਲ ਹੈਲਥ ਤੇ ਬਹੁਤ ਜ਼ਿਆਦਾ ਇੰਪੈਕਟ ਪੈਂਦਾ ਹੈ ਤੁਹਾਨੂੰ ਕੰਮ ਕਰਦੇ ਆ ਕਾਫੀ ਦੇਰ ਹੋ ਗਈ ਹੈ ਇੱਕ ਥੋੜਾ ਜਿਹਾ ਦੱਸ ਦਿਓ ਕਿ ਹੈਲਦੀ ਰਿਲੇਸ਼ਨਸ਼ਿਪ ਹੈ ਫੈਮਿਲੀ ਦੇ ਵਿੱਚ ਗੁੱਡ এনवायरमेंट ਹੈ ਉਹਦੇ ਲਈ ਕੀ ਕਰ ਸਕਦੇ ਨੇ ਪੇਰੈਂਟਸ ਓਕੇ ਸੋ ਜੇ ਤੁਸੀਂ ਸਸਪੈਕਟ ਕਰਦੇ ਹੋ ਕਿ ਤੁਹਾਡਾ ਘਰ ਦਾ ਜਿਹੜਾ এনवायरमेंट ਹੈ ਉਹ ਹੈਲਦੀ ਨਹੀਂ ਹੈ ਐਂਡ ਮੈਂ ਬਿਲੀਵ ਕਰਨਾ ਚਾਹੂੰਗੀ ਕਿ ਹਰ ਕੋਈ ਚਾਹੁੰਦਾ ਹੈ ਰਾਈਟ ਜਿਹੜੇ ਹਸਬੈਂਡ ਵਾਈਫ ਹੈ ਜਿੱਥੇ ਅਬਿਊਜ਼ ਏਦਾਂ ਦਾ ਨਹੀਂ ਹੈ ਕਿ ਬਿਲਕੁਲ ਹੀ ਚੁੱਪ ਕਰਕੇ ਰਹਿ ਤੂੰ ਬੋਲ ਨਹੀਂ ਸਕਦੀ ਮੇਰੇ ਸਾਹਮਣੇ ਟਾਈਪ ਆਫ ਥਿੰਗ ਜਿੱਥੇ ਹੈ ਕਨਫਲਿਕਟ ਹੈ ਸੀਕ ਕਾਉਂਸਲਿੰਗ ਆਪਣੀ ਐਂਡ ਮੈਂ ਕਾਉਂਸਲਿੰਗ ਕਹਿ ਰਹੀ ਹਾਂ from a professionals ਦੇ ਕੋਲ ਜਾਓ seek counseling for yourselves ਆਪਣੇ ਲਈ seek ਕਰੋ counseling husband wife seek ਕਰੋ if ਉਹ possible ਨਹੀਂ ਹੈ ਜਿਹੜਾ ਜਿਹਨੂੰ ਇਸ ਚੀਜ਼ ਦੀ ਜਾਗਰੂਕਤਾ ਹੋਗੀ ਕਿ ਵੀ ਸਾਡੇ ਘਰ ਦੀ এনवायरमेंट ਨਹੀਂ ਹੈਲਦੀ ਹੈ ਉਹ seek ਕਰ ਲਓ ਕਿ ਅਸੀਂ ਕਿਸ how can we walk towards ਉਸ ਪਾਸੇ ਕਿੱਦਾਂ ਚੱਲ steps ਲੈ ਸਕਦੇ ਹਾਂ so that our ਘਰ ਦੀ এনवायरमेंट better ਹੋ ਜਾਏ ਆਪਣੇ ਬੱਚਿਆਂ ਨੂੰ ਡੈਫੀਨਿਟਲੀ ਉਹਨਾਂ ਦੇ ਉੱਤੇ ਇੰਪੈਕਟ ਹੁੰਦਾ ਛੋਟੇ ਛੋਟੇ ਬੱਚਿਆਂ ਦੇ ਵੀ ਉਹਨਾਂ ਤੇ ਵੀ ਇੰਪੈਕਟ ਹੈ ਉਹਨਾਂ ਲਈ ਵੀ ਕਾਉਂਸਲਿੰਗ ਸੀਕ ਕਰੋ ਕਪਲ ਕਾਉਂਸਲਿੰਗ ਵਰਕ ਕਰਦੀ ਜੇ both the couple husband and wife are sincere why not ਜੇ ਤੁਸੀਂ genuinely ਉਸ ਚੀਜ਼ ਨੂੰ resolve ਕਰਨ ਲਈ ਬੈਠੇ ਹੋ ਤਾਂ ਕਿਉਂ ਨਹੀਂ ਕਰੇਗੀ ਜੇ ਤੁਸੀਂ ਸਿਰਫ ਇੱਕ ਦੂਜੇ ਨੂੰ blame ਕਰਨਾ ਹੈ ਫਿਰ ਤਾਂ ਕੁਝ ਨਹੀਂ ਕਰੇਗਾ ਹਾਂ ਕਿ ਵੀ ਮੈਂ ਇੱਥੇ ਐਸੇ ਹਾਂ ਤਾਂ ਕਿ ਤੁਸੀਂ ਦਿਖਾਣਾ ਤੁਸੀਂ ਗਲਤ ਹੋ ਫਿਰ ਨਹੀਂ but if you are here because you are sincere ਤੁਸੀਂ ਚਾਹੁੰਦੇ ਹੋ ਕਿ ਵੀ ਸਾਡੇ environment healthy ਹੋਏ definitely seek help absolutely and ਬੱਚਿਆਂ ਲਈ ਵੀ very there ਹੈਗੀਆਂ ਇੱਥੇ ਏਜੰਸੀਜ਼ ਹੈ ਜਿਹੜੀਆਂ ਕਿ ਕਾਉਂਸਲਿੰਗ ਪ੍ਰੋਵਾਈਡ ਕਰਦੀਆਂ ਫॉर ਚਿਲड्रन MCFD ਦੇ ਥਰੂ ਵੀ ਕਰ ਸਕਦੇ ਹੋ ਹੈਲਪ ਸੀਕ ਕਰ ਸਕਦੇ ਹੋ ਜੋ ਡਿਪੈਂਡਿੰਗ ਕੀ ਸਿਚੁਏਸ਼ਨ ਹੈ ਘਰ ਦੇ ਵਿੱਚ right so they can also if they get involved they can also provide counseling support ਜੇ ਤੁਸੀਂ ਰਿਪੋਰਟ ਕੀਤਾ ਹੈ even if ਤੁਸੀਂ MCFD ਨੂੰ ਰਿਪੋਰਟ ਕੀਤਾ even if ਤੁਸੀਂ ਜਿੱਦਾਂ ਸਰੀ ਵੂਮਨ ਸੈਂਟਰ ਨੂੰ ਆ ਕੇ ਦੱਸਿਆ ਕਿ ਤੁਹਾਡੇ ਘਰ ਵਿੱਚ ਫੈਮਿਲੀ ਵਾਇਲੈਂਸ ਹੋਇਆ ਤੁਸੀਂ ਆਪਣੇ ਡਾਕਟਰ ਨੂੰ ਦੱਸਿਆ ਫੈਮਿਲੀ ਵਾਇਲੈਂਸ ਹੋਇਆ ਤੁਹਾਨੂੰ CVAP ਐਪਲੀਕੇਸ਼ਨਸ ਅਸੀਂ ਕਰ ਸਕਦੇ ਹਾਂ ਕ੍ਰਾਈਮ ਵਿਕਟਿਮ ਅਸਿਸਟੈਂਸ ਪ੍ਰੋਗਰਾਮ ਹੈ BC ਦਾ ਐਂਡ ਉਹਦੇ ਥਰੂ ਜੇ ਅਪਰੂਵ ਹੁੰਦੀ ਹੈ ਤੁਹਾਡੀ ਤੇ ਤੁਹਾਨੂੰ ਕਾਉਂਸਲਿੰਗ ਫ੍ਰੀ ਮਿਲਦੀ ਹੈ ਉੱਥੋਂ STV counseling ਹੈਗੀ ਹੈ stopping the violence counseling which is available ਅਲੱਗ-ਅਲੱਗ ਏਜੰਸੀਜ਼ ਦੇ ਨਾਲ ਅਵੇਲੇਬਲ ਹੈ ਫ੍ਰੀ ਹੁੰਦੀ ਹੈ ਪਰ ਉਹਦੇ ਵਿੱਚ ਬਿਕੋਜ਼ ਨੰਬਰਸ ਇੰਨੇ ਜ਼ਿਆਦਾ ਹੈ ਉਹਦੇ ਵਿੱਚ lot of times wait list ਹੁੰਦਾ okay right lot of time wait list ਹੁੰਦਾ but help is available ਕਾਫੀ ਲੋਕਾਂ ਦੇ ਕੋਲ ਜਿੱਦਾਂ extended health benefits ਹੁੰਦੇ ਉਹਦੇ ਥਰੂ ਵੀ ਲੈ ਸਕਦੇ ਹੋ counseling okay right because but I would suggest first step is recognizing denial ਤੋਂ ਬਾਹਰ ਨਿਕਲੀਏ ਆਪਾਂ ਹੈ ਕਿ ਜੀ ਸਾਡੇ ਘਰਾਂ 'ਚ ਤਾਂ ਹੁੰਦਾ ਨਹੀਂ let's accept ਕਿ ਹੈ ਪ੍ਰੋਬਲਮ ਹੈ ਠੀਕ ਹੈ ਗੱਲ ਕਰਨੀ ਪੈਣੀ ਹੈ ਕਰੀਏ ਗੱਲ ਹੈ and then ਉਹਦੇ ਬਾਅਦ ਆਪਾਂ ਇਸ ਚੀਜ਼ ਨੂੰ better ਕਿੱਦਾਂ ਕਰ ਸਕਦੇ let's work towards that yes ਇੱਕ ਚੀਜ਼ ਮੇਰੀ ਹੋਰ ਹੈ ਲਾਈਕ ਆਪਾਂ ਇੰਡੀਆ ਦੇ ਵਿੱਚ ਦੇਖਦੇ ਹਾਂ ਕਾਫੀ ਕੇਸਿਸ ਹੁੰਦੇ ਆ ਡੋਰੀ ਦੇ ਜਾਂ in-laws ਦੇ ਵੱਲੋਂ ਬੇਟੀ ਦੀ ਬਹੂ ਦੀ ਹੱਤਿਆ ਕਰ ਦਿੱਤੀ ਗਈ ਇਸ ਤਰ੍ਹਾਂ ਦੇ ਵੀ ਕਾਫੀ ਕੇਸ ਵੇਖਣ ਨੂੰ ਮਿਲਦੇ ਆ ਆਪਾਂ ਨੂੰ ਪੇਰੈਂਟਸ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਮਤਲਬ ਮੁੰਡਾ ਵਿਆਹ ਤਾਂ ਗਿਆ ਜਾਂ ਕੁੜੀ ਵਿਆਹ ਤੇ ਗਈ ਉਸ ਤੋਂ ਬਾਅਦ ਨਹੀਂ ਸਾਡੇ ਘਰਾਂ 'ਚ ਤਾਂ ਇਹੀ ਹੁੰਦਾ ਕਿ ਜਦੋਂ ਮੁੰਡਾ ਵਿਆਹ ਦਿੱਤਾ ਹੈ ਤੇ ਕੁੜੀ ਤਾਂ ਉਹਨਾਂ ਦੇ ਘਰ ਹੀ ਆਉਂਦੀ ਹੈ ਮੋਸਟ ਆਫ ਦਾ ਟਾਈਮ ਜੇ ਤੁਸੀਂ ਇਕੱਠੇ ਰਹਿੰਦੇ ਹੋ ਤਾਂ ਰਿਸਪੌਂਸਿਬਿਲਿਟੀ ਕਿਹਦੀ ਹੋਈ ਉਸ ਟਾਈਮ ਦੇ ਉੱਤੇ ਜਿਹੜਾ ਇਨਸਾਨ ਤੁਹਾਡੇ ਘਰ ਆ ਰਿਹਾ ਉਹਨੂੰ ਕੰਫਰਟੇਬਲ ਕਰਨ ਦੀ ਰਿਸਪੌਂਸਿਬਿਲਿਟੀ ਕਿਹਦੀ ਹੈ ਹਸਬੈਂਡ ਤੇ ਉਹਦੇ ਪੇਰੈਂਟਸ ਹਨਾ ਕਾਈਂਡਨੈਸ ਮੈਂ ਤੁਹਾਨੂੰ ਇੱਥੋਂ ਸ਼ੁਰੂ ਕਰ ਰਹੀ ਹਾਂ ਕਾਈਂਡਨੈਸ ਪੇਸ਼ੈਂਸ ਆਪਸ ਵਿੱਚ ਸਭ ਤੋਂ ਪਹਿਲੀ ਚੀਜ਼ ਹੈ ਕਿ ਜਸਟ ਗਿਵਿੰਗ ਇੱਕ ਦੂਜੇ ਨੂੰ ਟਾਈਮ ਦਿਓ ਟੂ ਅਡੈਪਟ ਪਰ
ਅਸੀਂ ਕਿੱਥੋਂ ਸਟਾਰਟ ਕਰਦੇ ਆ? ਮੇਰਾ ਹੱਕ, ਹੈ ਨਾ? ਮੇਰੇ ਮੁੰਡੇ ਤੇ ਮੇਰਾ ਹੱਕ ਹੈ। ਕੁੜੀ ਨੂੰ ਵਿਆਹ ਤਾਂ ਹੁਣ ਉਹ ਤੇਰਾ ਘਰ ਹੈ, ਤੂੰ ਹੁਣ ਉਥੋਂ ਆਈ ਡੋਨਟ ਨੋ ਕਿ ਹੁਣ ਵੀ ਕਹਿੰਦੇ ਆ, ਪਹਿਲਾਂ ਤੇ ਕਹਿੰਦੇ ਸੀ ਤੇਰੀ ਅਰਥੀ ਉਤੋਂ ਹੈਗੀ, ਹੈ ਨਾ? ਸੋ ਮੈਂਟਲ ਸ਼ਿਫਟ ਚਾਹੀਦਾ ਸਾਨੂੰ ਕਿ ਏਦਾਂ ਕਿੱਦਾਂ, ਉਹ ਕਿਸ ਤਰ੍ਹਾਂ ਤੁਹਾਡੀ ਡਾਟਰ ਨਹੀਂ ਹੈ ਹੁਣ, ਰਾਈਟ? ਕੁਐਸਚਨ ਅਸੀਂ ਆਪਣੇ ਆਪ ਨੂੰ ਪੁੱਛੀਏ ਇਹ ਚੀਜ਼ ਕਿ ਇੱਕ ਪਾਸੇ ਤਾਂ ਅਸੀਂ ਕਹਿੰਦੇ ਆ ਕਿ ਤੁਸੀਂ ਸਾਡੇ ਲਈ ਹਮੇਸ਼ਾ ਬੱਚੇ ਹੋ, ਫਿਰ ਬੱਚਿਆਂ ਦੀ ਸਪੋਰਟ ਕਰਨੀ ਵੀ ਤਾਂ ਸਾਡੀ ਰਿਸਪੌਂਸਿਬਿਲਿਟੀ। ਅਸੀਂ ਜਦੋਂ ਮੁੰਡੇ ਨੂੰ ਵਿਆਹਤਾ, ਜੇ ਅਸੀਂ ਆਲ ਦਾ ਟਾਈਮ ਕਿ ਅਸੀਂ ਆਪਣਾ ਐਜ਼ ਅ ਪੈਰੈਂਟ ਹੱਕ ਹੀ ਜਮਾ ਕੇ ਰੱਖਣਾ ਹੈ, ਤਾਂ ਜੇ ਖਰਾਬ ਹੁੰਦਾ ਰਿਸ਼ਤਾ, ਕਿਹਦਾ ਖਰਾਬ ਹੋ ਰਿਹਾ? ਕਿਹਦਾ? ਆਪਣਾ ਹੀ ਘਰ ਖਰਾਬ, ਆਪਣਾ ਹੀ, ਹਾਂ, ਰਾਈਟ? ਜਦੋਂ ਤੁਸੀਂ ਉਸ ਚੀਜ਼ ਨੂੰ, ਮੈਂ ਨਹੀਂ ਕਹਿ ਰਹੀ ਕਿ ਕੋਈ ਵੀ ਕਿਸੇ ਦਾ ਐਡਵਾਂਟੇਜ ਉਠਾਏ, ਆਮ ਨॉट ਸੇਇੰਗ ਦੈਟ, ਬਿਲਕੁਲ ਵੀ ਨਹੀਂ ਕਹਿ ਰਹੀ ਕਿ ਬਸ ਜਿਹੜੇ ਇਨ-ਲॉज ਹੈ ਉਹ ਹਮੇਸ਼ਾ ਹੀ ਗਲਤ ਹੈ ਨਾ, ਆਮ ਨॉट ਸੇਇੰਗ ਦੈਟ, ਆਮ ਸੇਇੰਗ ਅਗੇਨ ਪਾਵਰ ਡਾਇਨਾਮਿਕ ਹੈ, ਔਰ ਉਹ ਘਰੇਲੂ ਹਿੰਸਾ ਉੱਥੇ ਵੀ ਹੋ ਸਕਦੀ ਹੈ। ਕੋਈ ਵੀ ਕਿਸੇ ਦਾ ਐਡਵਾਂਟੇਜ ਨਹੀਂ ਉਠਾਏ, ਬਟ ਜਦੋਂ ਤੁਸੀਂ ਕਿਸੇ ਦੀ ਕੁੜੀ ਨੂੰ ਆਪਣੇ ਘਰ ਲੈ ਕੇ ਆਉਂਦੇ ਹੋ, ਇਟ ਇਜ਼ ਯੋਰ ਰਿਸਪੌਂਸਿਬਿਲਿਟੀ ਟੂ ਮੇਕ ਹਰ ਕੰਫਰਟੇਬਲ, right? And dowry ਦੇ ਬਾਰੇ ਤਾਂ ਆਪਾਂ again we can have a totally it's a totally different podcast. Do so many podcasts. Yeah. I unfortunately I haven't heard a lot of dowry related cases here openly. But yes, they have, people do ask for ਆਪਣੇ ਘਰੋਂ ਪੈਸੇ ਲੈ ਕੇ ਆ, ਇੰਨੇ ਪੈਸੇ ਲੈ ਕੇ ਆ, ਤੈਨੂੰ ਇੱਥੇ ਬੁਲਾਇਆ, ਹੈ ਨਾ, that big ਧਮਕੀ, ਅਸੀਂ ਤੇਰਾ PR ਕਰਾਇਆ, ਤੇ ਤੂੰ ਹੁਣ ਪੈਸੇ ਲੈ ਕੇ ਆ, those kind of things. ਥੈਂਕ ਯੂ ਪ੍ਰੀਤੀ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਆ, ਬਹੁਤ ਹੀ ਜਿਹੜੀ ਅੱਛੀ ਜਾਣਕਾਰੀ ਹੈ ਸਾਡੇ ਵਿਊਅਰਸ ਨੇ ਸ਼ੇਅਰ ਕੀਤੀ ਹੈ। ਥੈਂਕ ਯੂ ਸੋ ਮਚ। Thank you.